ਟੋਰਾਂਟੋ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਹੰਸ ਨੇ ਇੱਕ ਅਜਿਹੀ ਘਟਨਾ ਦੁਨੀਆ ਦੇ ਸਾਹਮਣੇ ਸਾਂਝੀ ਕੀਤੀ ਜੋ ਸ਼ਾਇਦ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ। ਟੋਰਾਂਟੋ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਕਰਨ ਵਾਲੇ ਪਰਮਿੰਦਰ ਸਿੰਘ ਹੰਸ ਦੱਸਦੇ ਨੇ ਕਿ ਉਹਨਾਂ ਦੇ ਹੀ ਸ਼ਹਿਰ ਦੇ ਵਿੱਚ ਇੱਕ ਬਜ਼ੁਰਗ ਅੰਗਰੇਜ਼ ਜੋੜਾ ਰਹਿੰਦਾ ਹੈ। ਉਹ ਦੋਵੇਂ ਬਜ਼ੁਰਗ ਇਕੱਲੇ ਰਹਿੰਦੇ ਨੇ, ਬੱਚੇ ਛੱਡ ਕੇ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਵਸ ਰਹੇ ਨੇ। ਜੋ ਵੀ ਉਹਨਾਂ ਦਾ ਕਲਚਰ ਚੱਲਦਾ ਆ ਰਿਹਾ ਹੈ, ਭਾਰਤ ਦੇ ਵਿੱਚ ਹੀ ਮਾਤਾ ਪਿਤਾ ਦੀ ਸੇਵਾ ਤੇ ਪਿਆਰ ਦਾ ਮੁੱਲ ਪੈਂਦਾ ਹੈ। ਵਿਦੇਸ਼ਾਂ ਦੇ ਵਿੱਚ ਇਹ ਕਲਚਰ ਬਿਲਕੁਲ ਉਲਟ ਹੈ। ਸੋ ਉਸ ਬਜ਼ੁਰਗ ਜੋੜੇ ਦੇ ਘਰ ਦੇ ਵਿੱਚ ਮੈਨੂੰ ਕੰਸਟਰਕਸ਼ਨ ਦਾ ਕੰਮ ਕਰਨ ਦਾ ਮੌਕਾ ਮਿਲਿਆ। ਕੁਝ ਟਾਇਲ ਵਰਕ ਉਹਨਾਂ ਦੇ ਘਰ ਦਾ ਪੈਂਡਿੰਗ ਸੀ। ਉਹ ਅੰਗਰੇਜ਼ ਜੋੜਾ ਕਾਫੀ ਗਰੀਬ ਹੈ ਜੋ ਕਿ ਗਵਰਨਮੈਂਟ ਦੀ ਪੈਨਸ਼ਨ ਦੇ ਨਾਲ ਆਪਣਾ ਗੁਜ਼ਾਰਾ ਕਰਦਾ ਹੈ, ਕਿਉਂਕਿ ਕੰਮ ਕਰਨ ਦੇ ਹਾਲਾਤ ਤੇ ਹਿੰਮਤ ਉਮਰ ਦੇ ਹਿਸਾਬ ਦੇ ਨਾਲ ਉਹਨਾਂ ਦੇ ਵਿੱਚ ਨਹੀਂ ਸੀ। ਸੋ ਮੈਂ ਉਹਨਾਂ ਦੇ ਘਰ ਦਾ ਕੰਮ ਸ਼ੁਰੂ ਕੀਤਾ। 2 ਦਿਨ ਕੰਮ ਕਰਨ ਤੋਂ ਬਾਅਦ ਉਹ ਬਜ਼ੁਰਗ ਔਰਤ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਮਿਸਟਰ ਸਿੰਘ ਕੰਮ ਬੰਦ ਕਰ ਦਿਓ, ਜਿੰਨਾ ਵੀ ਕੰਮ ਕੀਤਾ ਹੈ ਬਹੁਤ ਹੈ, ਹੁਣ ਇੱਥੇ ਹੀ ਕੰਮ ਬੰਦ ਕਰ ਦਿਓ। ਮੈਂ ਉਸ ਨੂੰ ਕੰਮ ਰੋਕਣ ਦਾ ਕਾਰਨ ਪੁੱਛਿਆ ਕਿ ਕੰਮ ਦੇ ਵਿੱਚ ਕੋਈ ਕਮੀ ਪੇਚੀ ਹੈ, ਤਾਂ ਉਸ ਬਜ਼ੁਰਗ ਔਰਤ ਨੇ ਕਿਹਾ ਕਿ ਜਿੰਨੇ ਕਿ ਵੀ ਪੈਸੇ ਸਾਡੇ ਕੋਲ ਸੀ ਉਹਨਾਂ ਕੰਮ ਆਪਾਂ ਕਰਵਾ ਲਿਆ, ਹੁਣ ਸਾਡੇ ਕੋਲ ਪੈਸੇ ਨਹੀਂ ਹਨ। ਮੈਂ ਉਸ ਔਰਤ ਨੂੰ ਕਿਹਾ ਕਿ ਕੋਈ ਗੱਲ ਨਹੀਂ ਮੈਡਮ, ਤੁਸੀਂ ਅਗਲੇ ਮਹੀਨੇ ਮੈਨੂੰ ਪੈਸੇ ਦੇ ਦਿਓ, ਮੈਂ ਕੰਮ ਪੂਰਾ ਕਰ ਦਿੰਦਾ ਹਾਂ। ਅਗਲੇ ਮਹੀਨੇ ਤੁਹਾਨੂੰ ਪੈਨਸ਼ਨ ਮਿਲ ਹੀ ਜਾਣੀ ਹੈ, ਤੁਸੀਂ ਉਧਾਰ ਕਰ ਲਵੋ, ਪੈਨਸ਼ਨ ਆਈ ਤਾਂ ਮੈਨੂੰ ਪੈਸੇ ਦੇ ਦਿਓ। ਬਜ਼ੁਰਗ ਔਰਤ ਨੇ ਝੱਟ ਹੀ ਕਹਿ ਦਿੱਤਾ ਕਿ ਨੋ, ਉਧਾਰ ਨਹੀਂ ਕਰਨਾ। ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਇੱਥੇ ਕੰਮ ਕਰਨ ਵਾਲਾ ਉਧਾਰ ਕਰਨ ਦੇ ਲਈ ਕਹਿ ਰਿਹਾ ਸੀ ਤੇ ਕੰਮ ਕਰਵਾਉਣ ਵਾਲਾ ਉਧਾਰ ਕਰਨ ਤੋਂ ਮਨਾ ਕਰ ਰਿਹਾ ਸੀ। ਦੁਕਾਨਦਾਰ ਤਾਂ ਉਧਾਰ ਦੇਣ ਤੋਂ ਮਨਾ ਕਰਦੇ ਨੇ, ਪਰ ਇੱਥੇ ਤਾਂ ਦੁਕਾਨਦਾਰ ਹੀ ਉਧਾਰ ਦੇਣ ਦੇ ਲਈ ਕਹਿ ਰਿਹਾ ਸੀ। ਬਜ਼ੁਰਗ ਔਰਤ ਨੇ ਕਿਹਾ ਕਿ ਮਿਸਟਰ ਸਿੰਘ, ਮੈਂ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਦੀ ਸ਼ਿਕਾਰ ਹਾਂ, ਪਤਾ ਨਹੀਂ ਕਿਹੜੇ ਵੇਲੇ ਮਰ ਜਾਣਾ ਹੈ, ਫਿਰ ਤੇਰੇ ਪੈਸੇ ਕੌਣ ਦੇਵੇਗਾ। ਉਸ ਦੀ ਇਹ ਗੱਲ ਸੁਣ ਕੇ ਮੈਂ ਕੰਮ ਕਰਨਾ ਬੰਦ ਕਰ ਦਿੱਤਾ। ਬਿਨਾਂ ਕੁਝ ਬੋਲੇ ਮੈਂ ਉੱਥੋਂ ਵਾਪਸ ਆ ਗਿਆ। ਘਰ ਆ ਕੇ ਮੈਂ ਆਪਣੇ ਬੱਚਿਆਂ ਤੇ ਪਰਿਵਾਰ ਦੇ ਵਿੱਚ ਇਹ ਗੱਲ ਕੀਤੀ। ਗੱਲ ਸੁਣ ਕੇ ਮੇਰੀ ਲੜਕੀ ਜੋ ਕਿ 16 ਸਾਲਾਂ ਦੀ ਹੈ, ਉਸਨੇ ਅਚਾਨਕ ਹੀ ਕਹਿ ਦਿੱਤਾ ਕਿ ਪਾਪਾ, ਤੁਸੀਂ ਘਰ ਦੇ ਵਿੱਚ ਦਸਵੰਧ ਕੱਢਣ ਦੇ ਲਈ ਗੋਲਕ ਲਗਾ ਰੱਖੀ ਹੈ, ਜਿਸ ਦੇ ਪੈਸਿਆਂ ਦੇ ਨਾਲ ਤੁਸੀਂ ਕਦੀ ਹਰਮੰਦਰ ਸਾਹਿਬ ਸੇਵਾ ਕਰਦੇ ਹੋ, ਕਦੀ ਪਾਠ ਕਰਵਾਉਂਦੇ ਹੋ, ਨਾਲੇ ਤੁਸੀਂ ਹੀ ਕਹਿੰਦੇ ਹੋ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਉਹ ਅੰਗਰੇਜ਼ ਜੋੜਾ ਵੀ ਲੋੜਵੰਦ ਹੈ, ਤੁਸੀਂ ਉਧਾਰ ਕੰਮ ਕਿਉਂ ਕਰਨਾ, ਫ੍ਰੀ ਦੇ ਵਿੱਚ ਹੀ ਉਹਨਾਂ ਦਾ ਕੰਮ ਕਰ ਦਿਓ, ਜਿਸ ਦੇ ਨਾਲ ਤੁਹਾਡਾ ਦਸਵੰਧ ਵੀ ਨਿਕਲ ਜਾਵੇਗਾ, ਉਹ ਵੀ ਤਾਂ ਗਰੀਬ ਲੋੜਵੰਦ ਹੀ ਹਨ। ਇਹ ਗੱਲ ਅਚਾਨਕ ਹੀ ਮੇਰੇ ਮਨ ਦੇ ਵਿੱਚ ਲੱਗੀ। ਅਗਲੇ ਹੀ ਦਿਨ ਮੈਂ ਉਹਨਾਂ ਅੰਗਰੇਜ਼ ਜੋੜੇ ਦੇ ਘਰ ਗਿਆ ਤੇ ਕਿਹਾ ਕਿ ਮੈਡਮ, ਮੈਂ ਪੈਸੇ ਨਹੀਂ ਲੈਣੇ, ਸਾਰਾ ਕੰਮ ਫ੍ਰੀ ਦੇ ਵਿੱਚ ਕਰਾਂਗਾ, ਤੁਸੀਂ ਮੈਨੂੰ ਕੰਮ ਕਰਨ ਤੋਂ ਨਹੀਂ ਰੋਕਣਾ। 2 ਦਿਨ ਲਗਾ ਕੇ ਮੈਂ ਉਹਨਾਂ ਦੇ ਘਰ ਦਾ ਸਾਰਾ ਕੰਮ ਖਤਮ ਕਰ ਦਿੱਤਾ। ਕੰਮ ਖਤਮ ਕਰਨ ਤੋਂ ਬਾਅਦ ਮੈਂ ਬਾਹਰ ਵਾਸ਼ ਬੇਸ਼ਨ ਦੇ ਵਿੱਚ ਹੱਥ ਧੋ ਰਿਹਾ ਸੀ ਕਿ ਮੇਰੇ ਫੋਨ ਦੀ ਬੈਲ ਵੱਜਣੀ ਸ਼ੁਰੂ ਹੋਈ। ਮੇਰੇ ਫੋਨ ਦੀ ਰਿੰਗਟੋਨ ਲੱਗੀ ਸੀ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਤੇ ਬਾਅਦ ਵਿੱਚ ਵਾਹਿਗੁਰੂ ਵਾਹਿਗੁਰੂ ਦੀ ਟਿਊਨ ਵੱਜਦੀ ਸੀ। ਮੈਂ ਹੱਥ ਧੋਂਦਾ ਰਿਹਾ ਤੇ ਉਹ ਟਿਊਨ ਵੱਜਦੀ ਰਹੀ। ਹੱਥ ਧੋਣ ਤੋਂ ਬਾਅਦ ਜਦੋਂ ਮੈਂ ਉੱਥੋਂ ਜਾਣ ਲੱਗਿਆ ਤਾਂ ਉਹ ਅੰਗਰੇਜ਼ ਔਰਤ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਮਿਸਟਰ ਸਿੰਘ, ਇਹ ਬਹੁਤ ਸਵੀਟ ਸੌਂਗ ਸੀ, ਮੈਨੂੰ ਬਹੁਤ ਪਸੰਦ ਆਇਆ। ਮੈਂ ਉੱਥੇ ਉਸ ਨੂੰ ਕੀ ਸਮਝਾਉਂਦਾ ਕਿ ਇਹ ਸੌਂਗ ਨਹੀਂ, ਸ਼ਬਦ ਹੈ। ਉਸ ਔਰਤ ਨੇ ਮੈਨੂੰ ਕਿਹਾ ਕਿ ਕਿਸੇ ਤਰ੍ਹਾਂ ਇਹ ਸੌਂਗ ਮੈਨੂੰ ਮਿਲ ਸਕਦਾ ਹੈ, ਪਰ ਮੈਂ ਹੁਣ ਉਸ ਔਰਤ ਨੂੰ ਕਿਵੇਂ ਰਿੰਗਟੋਨ ਦਿੰਦਾ, ਕਿਉਂਕਿ ਉਸ ਦਾ ਫੋਨ ਵੀ ਸਿੰਪਲ ਹੀ ਸੀ। ਫਿਰ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਪਿਛਲੇ ਸਾਲ ਦਰਬਾਰ ਸਾਹਿਬ ਗਿਆ, ਆਪਾਂ ਲਾਈਟਾਂ ਵਾਲੀ ਫੋਟੋ ਲੈ ਕੇ ਆਏ ਸੀ ਜਿਸ ਦੇ ਵਿੱਚ ਇਹ ਸ਼ਬਦ ਚੱਲਦਾ ਹੈ। ਅਗਲੇ ਹੀ ਦਿਨ ਮੈਂ ਉਹ ਫੋਟੋ ਬਜ਼ੁਰਗ ਜੋੜੇ ਦੇ ਘਰ ਦੇ ਵਿੱਚ ਲਿਆ ਕੇ ਲਗਾ ਦਿੱਤੀ, ਜਿਸ ਦੇ ਵਿੱਚ ਦਰਬਾਰ ਸਾਹਿਬ ਦੀ ਫੋਟੋ ਦੇ ਉੱਤੇ ਲਾਈਟਾਂ ਚੱਲਦੀਆਂ ਸੀ ਤੇ ਧੰਨ ਧੰਨ ਰਾਮਦਾਸ ਗੁਰ ਜਿਨੇ ਸਿਰਿਆ ਤਿਨੇ ਸਵਾਰਿਆ ਤੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਸ਼ਬਦ ਚੱਲਦਾ ਸੀ, ਜਿਸ ਨੂੰ ਦੇਖ ਕੇ ਉਹ ਬਜ਼ੁਰਗ ਜੋੜਾ ਬਹੁਤ ਖੁਸ਼ ਹੋਇਆ। ਸਮਾਂ ਲੰਘਿਆ ਤੇ ਹੁਣ 1.5 ਮਹੀਨੇ ਬਾਅਦ ਉਸ ਔਰਤ ਦਾ ਦੁਬਾਰਾ ਮੈਨੂੰ ਫੋਨ ਆਇਆ ਕਿ ਮਿਸਟਰ ਸਿੰਘ, ਕੁਝ ਸਮੇਂ ਲਈ ਸਾਡੇ ਘਰ ਆਓ। ਮੈਨੂੰ ਲੱਗਿਆ ਕਿ ਉਸਨੇ ਪੈਸੇ ਹੀ ਦੇਣੇ ਹੋਣਗੇ। ਮੈਂ ਆਪਣੇ ਆਪ ਦੇ ਨਾਲ ਗੱਲਾਂ ਕਰਨ ਲੱਗਿਆ ਕਿ ਉਹਨਾਂ ਦੇ ਕੋਲੋਂ ਪੈਸੇ ਨਹੀਂ ਲੈਣੇ, ਜੇਕਰ ਜ਼ਿਆਦਾ ਜ਼ੋਰ ਪਾਉਣਗੇ ਤਾਂ ਮੈਂ ਉਹਨਾਂ ਨੂੰ ਕਹਾਂਗਾ ਕਿ ਕਿਸੇ ਚੈਰਿਟੀ ਦੇ ਵਿੱਚ ਦਾਨ ਕਰ ਦਿਓ। ਸ਼ਾਮ ਵੇਲੇ ਮੈਂ ਆਪਣਾ ਸਾਰਾ ਕੰਮ ਖਤਮ ਕਰਕੇ ਉਹਨਾਂ ਦੇ ਘਰ ਗਿਆ। ਜਾਂਦਿਆਂ ਹੀ ਉਹਨਾਂ ਨੇ ਚਾਹ ਪਾਣੀ ਪੁੱਛਿਆ, ਇੱਜ਼ਤ ਸਨਮਾਨ ਦੇ ਨਾਲ ਬਿਠਾਇਆ। ਮੈਨੂੰ ਲੱਗਿਆ ਕਿ ਹੁਣ ਇਹ ਪੈਸੇ ਦੀ ਗੱਲ ਕਰਨਗੇ, ਪਰ ਇੱਥੇ ਤਾਂ ਕੁਝ ਹੋਰ ਹੀ ਚਮਤਕਾਰ ਹੋਣ ਲੱਗਿਆ ਸੀ। ਉਸ ਅੰਗਰੇਜ਼ ਔਰਤ ਨੇ ਇੱਕ ਵੱਡਾ ਜਿਹਾ ਲਿਫਾਫਾ ਕਾਗਜ਼ਾਂ ਦਾ ਭਰੀ ਟੇਬਲ ਦੇ ਉੱਤੇ ਰੱਖ ਦਿੱਤਾ ਤੇ ਕਹਿਣ ਲੱਗੀ ਕਿ ਇਹ ਮੇਰੀਆਂ ਪਿਛਲੀਆਂ 7 ਸਾਲਾਂ ਦੀਆਂ ਰਿਪੋਰਟਾਂ ਹਨ, ਜਿਸ ਦੇ ਵਿੱਚ ਮੇਰੀ ਮੌਤ ਹੀ ਮੌਤ ਲਿਖੀ ਹੋਈ ਹੈ। ਜਦੋਂ ਦਾ ਤੁਸੀਂ ਗੋਲਡਨ ਟੈਂਪਲ ਦੀ ਫੋਟੋ ਲਗਾ ਕੇ ਗਏ ਹੋ, ਮੈਂ ਉਸ ਵੱਲ ਘੰਟਿਆਂ ਬੱਧੀ ਦੇਖਦੀ ਰਹਿੰਦੀ ਹਾਂ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਅਤੇ ਗੁਰੂ ਵਾਹ ਕਹਿੰਦੀ ਰਹਿੰਦੀ ਹਾਂ। ਮੈਂ ਉਸ ਨੂੰ ਰੋਕਣ ਹੀ ਲੱਗਾ ਸੀ ਕਿ ਗੁਰੂ ਵਾਹ ਨਹੀਂ ਹੁੰਦਾ, ਵਾਹਿਗੁਰੂ ਹੁੰਦਾ ਹੈ, ਪਰ ਮੇਰੇ ਮਨ ਨੇ ਕਿਹਾ ਕਿ ਇਸ ਨੂੰ ਨਾ ਰੋਕ, ਜੋ ਵੀ ਬੋਲ ਰਹੀ ਹੈ ਇਹ ਪਿਆਰ ਦੇ ਵਿੱਚ ਭਿੱਜ ਕੇ ਬੋਲਦੀ ਪਈ ਹੈ। ਉਹ ਔਰਤ ਮੈਨੂੰ ਕਹਿਣ ਲੱਗੀ ਕਿ ਮੈਂ ਘੰਟਿਆਂ ਬੱਧੀ ਗੁਰੂ ਵਾਹ ਕਰਦੀ ਰਹਿੰਦੀ ਸੀ ਤੇ 2 ਦਿਨ ਪਹਿਲਾਂ ਮੇਰੀ ਡਾਕਟਰ ਦੇ ਨਾਲ ਅਪਾਇੰਟਮੈਂਟ ਸੀ। ਜਦੋਂ ਮੇਰੇ ਸਾਰੇ ਟੈਸਟ ਦੁਬਾਰਾ ਹੋਏ
ਤਾਂ ਮੇਰੀ 7 ਸਾਲਾਂ ਦੀ ਬਿਮਾਰੀ ਉਹਨਾਂ ਰਿਪੋਰਟਾਂ ਦੇ ਵਿੱਚ ਗਾਇਬ ਸੀ। ਡਾਕਟਰ ਵੀ ਹੈਰਾਨ ਸੀ ਤੇ ਮੈਨੂੰ ਪੁੱਛਦੇ ਰਹੇ ਕਿ ਮਾਤਾ ਜੀ ਤੁਸੀਂ ਦਵਾਈ ਕਿੱਥੋਂ ਖਾਧੀ ਹੈ। ਉਹ ਔਰਤ ਮੈਨੂੰ ਕਹਿਣ ਲੱਗੀ ਕਿ ਮਿਸਟਰ ਸਿੰਘ ਮੈਨੂੰ ਪੱਕਾ ਯਕੀਨ ਹੈ ਕਿ ਮੈਂ ਕਿਸੇ ਦਵਾਈ ਦੇ ਨਾਲ ਨਹੀਂ, ਇਹ ਗੁਰੂਵਾ ਕਹਿਣ ਦੇ ਨਾਲ ਠੀਕ ਹੋਈ ਹਾਂ। ਇਹ 골ਡਨ ਟੈਂਪਲ ਕਿੱਥੇ ਹੈ? ਮੈਂ ਇੱਥੇ ਜਾ ਕੇ ਦਰਸ਼ਨ ਕਰਨੇ ਨੇ। ਇਹ ਗੱਲਾਂ ਕਰਦਿਆਂ ਉਹਨਾਂ ਬਜ਼ੁਰਗ ਜੋੜੇ ਦੀਆਂ ਅੱਖਾਂ ਭਰ ਗਈਆਂ ਤੇ ਉਹ ਰੋਣ ਲੱਗ ਪਏ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਦਰਸ਼ਨ ਕਰਵਾਵਾਂਗਾ ਤੇ ਹੁਣ ਪਰਮਿੰਦਰ ਸਿੰਘ ਹੰਸ ਉਹ ਬਜ਼ੁਰਗ ਜੋੜੇ ਨੂੰ ਉਹਨਾਂ ਦੀ ਸ਼ਰਧਾ ਦੇ ਅਨੁਸਾਰ ਦਰਸ਼ਨ ਕਰਵਾਉਣ ਦੇ ਲਈ ਹਰਮੰਦਰ ਸਾਹਿਬ ਲੈ ਕੇ ਆਵੇਗਾ। ਸੋ ਪਰਮਾਤਮਾ ਦਾ ਨਾਮ ਕਿਸੇ ਵੀ ਤਰੀਕੇ ਦੇ ਨਾਲ ਕਿਉਂ ਨਾ ਲਵੋ, ਪਰ ਲਵੋ ਪਿਆਰ ਤੇ ਭਰੋਸੇ ਦੇ ਵਿੱਚ ਭਿੱਜ ਕੇ। ਅਗਰ ਪਿਆਰ, ਵਿਸ਼ਵਾਸ ਤੇ ਭਰੋਸਾ ਹੈ ਤਾਂ ਪਰਮਾਤਮਾ ਵੀ ਤੁਹਾਡੇ ਕੋਲ